हेलो एवरीवन वेलकम टू केमिस्ट्री है। ਅੱਜ ਬੇਟੇ ਆਪਾਂ ਕਲਾਸ +2 ਦਾ ਜਿਹੜਾ ਸਭ ਤੋਂ ਇੰਪੋਰਟੈਂਟ ਚੈਪਟਰ ਹੈ ਹੈਲੋ ਅਲਕੇਨਸ ਐਂਡ ਹੈਲੋ ਅਰੀਨਸ ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਸਾਨੂੰ ਪੇਪਰ ਦੇ ਵਿੱਚ ਦੋ ਸਵਾਲ ਆਨੇ ਹੈ। ਇੱਕ ਸਵਾਲ ਜਿਹੜਾ ਹੈ ਉਹ 2 ਮਾਰਕਸ ਦਾ ਹੋਏਗਾ ਤੇ ਦੂਸਰਾ ਕੁਐਸਚਨ 5 ਮਾਰਕਸ ਦਾ, ਯਾਨੀ ਕੁੱਲ ਮਿਲਾ ਕੇ ਆਪਣੇ ਕੋਲੇ ਕੁਐਸਚਨ ਪੇਪਰ ਦੇ ਵਿੱਚ 7 ਮਾਰਕਸ ਦੇ ਸਵਾਲ ਜਿਹੜੇ ਹੈ ਉਹ ਹੈਲੋ ਅਲਕੇਨਸ ਐਂਡ ਹੈਲੋ ਅਰੀਨਸ ਦੇ ਵਿੱਚੋਂ ਪੁੱਛੇ ਜਾਣਗੇ। ਸੋ ਮੈਂ ਇਹਦੇ ਵਿੱਚ ਬੇਟਾ ਮੇਨਲੀ 5 ਮਾਰਕਸ ਵਾਲੇ ਕੁਐਸਚਨਸ ਜਿਹੜੇ ਆ ਉਹ ਕੁਝ ਸੈਂਪਲ ਦੀ ਫਾਰਮ ਦੇ ਵਿੱਚ ਪ੍ਰਿਪੇਅਰ ਕੀਤੇ ਹੈ ਤੇ ਮੈਂ ਇਹ ਚਾਹੂੰਗੀ ਬੇਟਾ ਕਿ ਤੁਸੀਂ ਇਹਨਾਂ ਸਵਾਲਾਂ ਨੂੰ ਖੁਦ ਸੋਲਵ ਕਰੋ, ਪਰ ਤੁਹਾਨੂੰ ਸਮੇਂ ਦੀ ਘਾਟ ਕਰਕੇ ਬੇਟਾ ਮੈਂ ਕੁਐਸਚਨ ਦੇ ਨਾਲ ਨਾਲ ਹੀ ਉਹਨਾਂ ਦੇ ਆਨਸਰਸ ਪ੍ਰੋਵਾਈਡ ਕਰ ਰਹੀ ਹਾਂ। ਜਿਵੇਂ ਇੱਥੇ ਤੁਹਾਡੇ ਸਾਹਮਣੇ फर्स्ट क्वेश्चन है कि why treatment of alkyl halide with the AgNO2 forms nitroalkane and with KNO2 it forms alkyl nitrite। तो बेटे ਇੱਥੇ ਆਪਾਂ ਰੀਜ਼ਨ ਦੇਣਾ ਹੈ। ਸੋ ਉਸ ਰੀਜ਼ਨ ਦੇ ਵਿੱਚ ਕੀ ਆਨਸਰ ਹੋਏਗਾ ਤੇ ਉਹ ਆਪਾਂ ਹੁਣੇ ਹੀ ਦੇਖਦੇ ਹਾਂ। ਤੇ ਨਾਲ ਦੀ ਨਾਲ ਬੇਟਾ ਬੀ ਪਾਰਟ ਜਿਹੜਾ ਹੈ ਉਹ ਵੁਡਸ ਰਿਐਕਸ਼ਨ ਤੇ ਫਿੰਕਲਸਟੀਨ ਰਿਐਕਸ਼ਨ, ਫਰੀਡਲ ਕਰਾਫਟ ਐਲਕਾਈਲੇਸ਼ਨ ਰਿਐਕਸ਼ਨ। ਬੇਟਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ 5 ਮਾਰਕਸ ਕੁਐਸਚਨਸ ਹੈ ਇਹਦੇ ਵਿੱਚ ਇੱਕ ਰੀਜ਼ਨਿੰਗ ਕੁਐਸਚਨ ਨਾਲ ਨੇਮਡ ਰਿਐਕਸ਼ਨਸ ਜਾਂ ਕੰਪਲੀਟ ਦਾ ਰਿਐਕਸ਼ਨ ਦੀ ਸ਼ਕਲ ਦੇ ਵਿੱਚ ਸਵਾਲ ਹੋ ਸਕਦੇ ਹੈ। तो सेकंड क्वेश्चन ਦੇ ਵਿੱਚ SN1 और SN2 रिएक्शंस ਦਾ डिफरेंस ਪੁੱਛਿਆ ਗਿਆ ਹੈ ਤੇ what happens when N-butyl chloride is treated with alcoholic KOH। ਤੇ ਇਸੇ ਤਰ੍ਹਾਂ what happens when chlorobenzene is treated with CH3Cl in presence of anhydrous AlCl3। ਸੋ ਇਹ ਸਵਾਲ ਦੀ weightage ਦੇਖੋ 3+2। ਸੋ ਆਨਸਰਸ ਜਿਹੜੇ ਹੈ ਇਹਨਾਂ ਦੇ ਕੁਝ ਇਸ ਤਰੀਕੇ ਨਾਲ ਹੈ। ਜਿਹੜਾ ਕੁਐਸਚਨ ਫਰਸਟ ਦਾ ਏ ਪਾਰਟ ਪੁੱਛਿਆ ਤੁਹਾਨੂੰ ਕਿ ਟ੍ਰੀਟਮੈਂਟ ਆਫ ਐਲਕਾਈਲ ਹੈਲਾਈਡ ਵਿਦ AgNO2 ਫਾਰਮ ਨਾਈਟ੍ਰੋਅਲਕੇਨ ਔਰ KNO2 ਦੇ ਨਾਲ ਐਲਕਾਈਲ ਨਾਈਟਰਾਈਟ ਬਣਦਾ ਹੈ। ਸੋ ਇਸ ਦੇ ਬਾਅਦ ਅਗਲੇ ਜਿਹੜੇ ਨੇਮਡ ਰਿਐਕਸ਼ਨਸ ਹੈ ਉਹਨਾਂ ਦੇ ਆਨਸਰਸ ਹੈ। ਦੈਨ ਸੈਕਿੰਡ ਕੁਐਸਚਨ ਦੇ ਵਿੱਚ SN1 ਔਰ SN2 ਦੇ ਵਿੱਚ ਆਪਾਂ ਨੂੰ ਡਿਫਰੈਂਸਸ ਪੁੱਛੇ ਗਏ। ਦਿਸ ਇਜ਼ ਕੁਐਸਚਨ ਨੰਬਰ 2A ਪਾਰਟ। ਠੀਕ ਹੈ। तो नेक्स्ट ਜਿਹੜਾ ਆਨਸਰ ਹੈ ਤੁਹਾਡੇ ਸਾਹਮਣੇ that is in the B part ਸੀ ਕਿ what happens ਜਦੋਂ ਆ ਦੋ ਰਿਐਕਟੈਂਟਸ ਨੂੰ ਮਿਕਸ ਕੀਤਾ ਜਾਂਦਾ ਹੈ। ਇਸ ਦੇ ਬਾਅਦ ਬੇਟੇ ਆਪਣੇ ਕੋਲੇ ਕੁਐਸਚਨ ਨੰਬਰ 3 ਆਂਦਾ ਹੈ ਜਿੰਦੇ ਚ ਆਪਣੇ ਕੋਲੇ ਪਹਿਲਾਂ ਉਹਨਾਂ ਨੇ ਨੇਮਡ ਰਿਐਕਸ਼ਨਸ ਪੁੱਛੀਆਂ ਗਈਆਂ ਜਿਵੇਂ ਬੋਰੋਡੀਨ ਹੰਸਡਿਕਰ ਪੁੱਛ ਲਈ, ਸਵਾਰਟਸ ਰਿਐਕਸ਼ਨ, ਵੁਡਸ ਫਿਟਿਗ ਰਿਐਕਸ਼ਨ। ਔਰ ਬੀ ਪਾਰਟ ਦੇਖੋ why haloarenes are insoluble in water। ਦੈਨ ਚੌਥਾ ਕੁਐਸਚਨ ਔਰ ਪੰਜਵਾਂ ਕੁਐਸਚਨ ਬੇਟੇ ਇਹਨਾਂ ਨੂੰ ਖੁਦ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ। ਨੋ ਡਾਊਟ ਅਗਲੀਆਂ ਸਲਾਈਡਸ ਦੇ ਵਿੱਚ ਯੂ ਕੈਨ ਸੀ ਕਿ ਮੈਂ ਇਹਨਾਂ ਦੇ ਆਨਸਰਸ ਜਿਹੜੇ ਆ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਹੈ, ਬਟ ਆਈ ਵੁੱਡ ਲਾਈਕ ਕਿ ਤੁਸੀਂ ਬੇਟੇ ਇਹਨਾਂ ਨੂੰ ਸਿਰਫ ਚੈੱਕ ਕਰੋ, ਇੱਥੋਂ ਦੀ ਦੇਖ ਕੇ ਆਪਣੇ ਆਪ ਇਹਨਾਂ ਨੂੰ ਲਿਖਣ ਦੀ ਪ੍ਰੈਕਟਿਸ ਕਰੋ। ਸੋ ਜਿਹੜੇ ਨੈਕਸਟ ਕੁਐਸਚਨਸ ਹੈ ਜਿਵੇਂ ਆਪਣੇ ਕੋਲੇ 5th ਕੁਐਸਚਨ ਦੇ ਵਿੱਚ ਬੇਟਾ ਰੀਜ਼ਨਿੰਗ ਵਾਲੇ ਸਵਾਲ ਪੁੱਛੇ ਗਏ ਹੈ। ਸੋ ਜਿਹੜੇ ਉਹਨਾਂ ਦੇ ਆਨਸਰਸ ਹੈ ਉਹ ਵੀ ਤੁਹਾਡੇ ਸਾਹਮਣੇ ਹੁਣੇ ਸ਼ੇਅਰ ਕਰ ਰਹੀ ਹਾਂ ਮੈਂ ਲਾਈਕ ਦਿਸ। ਇਹ ਅਗਲੇ ਕੁਐਸਚਨਸ ਦੇ ਜਵਾਬ ਆ ਗਏ। ਹੁਣ ਜਿਵੇਂ ਇੱਥੇ DDT ਦਾ ਸਟਰਕਚਰ ਪੁੱਛਿਆ ਗਿਆ ਤੁਹਾਨੂੰ, ਠੀਕ ਹੈ। ਸੋ DDT ਦੀ ਫੁੱਲ ਫਾਰਮ ਪੁੱਛੀ ਗਈ ਹੈ। ਸੋ DDT ਇਜ਼ ਡਾਈਕਲੋਰੋ ਡਾਈਫਿਨਾਈਲ ਟ੍ਰਾਈਕਲੋਰੋ ਈਥੇਨ। ਠੀਕ ਹੈ। ਸੋ ਬੇਟੇ ਇੱਥੇ ਆਪਾਂ ਇਥੇਨ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਆ ਇਥੇਨ ਹੈ। ਦੈਨ ਇੱਕ ਕਾਰਬਨ ਦੇ ਉੱਤੇ ਦਿਸ ਇਜ਼ ਅਵਰ ਆ ਕਲੋਰੋ ਗਰੁੱਪ ਲੱਗ ਗਿਆ। ਸੋ ਆ ਵਾਲੇ ਦੋ ਕਲੋਰੀਨਸ ਦੇ ਵਾਸਤੇ ਆਪਾਂ ਕਹਿ ਦਿੰਨੇ ਆ ਡਾਈਕਲੋਰੋ। ਆ ਵਾਲੀਆਂ ਦੋ ਫਿਨਾਈਲ ਰਿੰਗਸ ਸੋ ਡਾਈਕਲੋਰੋ ਡਾਈਫਿਨਾਈਲ, ਔਰ ਆ ਵਾਲੇ ਤਿੰਨ ਹੋ ਗਏ ਟ੍ਰਾਈਕਲੋਰੋ। ਇਹਨਾਂ ਦੋ ਕਾਰਬਨਸ ਨੂੰ ਕਹਤਾ ਇਥੇਨ। ਸੋ ਦਿਸ ਇਜ਼ ਦੀ ਸਟਰਕਚਰ of DDT, ਫੁੱਲ ਫਾਰਮ ਡਾਈਕਲੋਰੋ ਡਾਈਫਿਨਾਈਲ ਟ੍ਰਾਈਕਲੋਰੋ ਈਥੇਨ ਤੇ ਨਾਲ ਆ ਲਿਖਿਆ ਹੋਇਆ ਬੇਟਾ ਇਹਦਾ IUPAC ਨੇਮ। ਸੋ ਨੈਕਸਟ ਕੁਐਸਚਨਸ ਦੇ ਵਿੱਚ ਬੇਟੇ ਕਨਵਰਸ਼ਨਸ ਪੁੱਛੀਆਂ ਗਈਆਂ, ਠੀਕ ਹੈ। ਦੈਨ ਬੀ ਪਾਰਟ ਹੈ ਫਰੀਓਨ। ਇਸੇ ਤਰੀਕੇ ਨਾਲ ਕੁਐਸਚਨ ਨੰਬਰ 7 ਦੇ ਵਿੱਚ ਤੁਹਾਨੂੰ ਰੀਜ਼ਨਿੰਗ ਸਵਾਲ ਹੈ ਤੇ ਅਗੇਨ ਨੇਮਡ ਰਿਐਕਸ਼ਨਸ ਵਾਲੇ ਕੁਐਸਚਨਸ ਹੈ। ਸੋ ਜੇ ਆਪਾਂ ਇਹਨਾਂ ਦੇ ਆਨਸਰ ਦੇਖਦੇ ਹਾਂ ਤਾਂ ਆਪਣੇ ਕੋਲੇ ਲਾਈਕ ਦਿਸ
ਫ੍ਰੀਓਨਸ ਦਾ ਬੇਟਾ ਸਵਾਲ ਬਹੁਤ ਇੰਪੋਰਟੈਂਟ ਹੈ। ਕਲੋਰੋਫਲੋਰੋਕਾਰਬਨਸ ਦੇ ਵਿੱਚੋਂ ਦੀ ਜਦੋਂ ਆਪਾਂ ਮੀਥੇਨ ਔਰ ਇਥੇਨ ਦੇ ਕਲੋਰੋਫਲੋਰੋਕਾਰਬਨਸ ਦੀ ਗੱਲ ਕਰਦੇ ਹਾਂ ਤਾਂ ਇਟ ਇਜ਼ ਨੋਨ ਐਜ਼ ਫ੍ਰੀਓਨ। ਹਾਈਲੀ ਸਟੇਬਲ ਹੁੰਦੇ ਹੈ, ਇਹ ਅੱਗ ਨਹੀਂ ਪਕੜਦੇ, ਨਾਨ ਟੌਕਸਿਕ ਹੁੰਦੇ ਹੈ, ਈਜ਼ੀਲੀ ਲਿਕੁਇਫਾਏਬਲ ਔਰ ਹਾਈਲੀ ਅਨਰੀਐਕਟਿਵ ਹੁੰਦੇ ਹੈ। ਇਹਨਾਂ ਦੀ ਵਰਤੋਂ ਜਿਹੜੀ ਹੈ ਉਹ ਰੈਫਰੀਜਰੈਂਟ ਦੇ ਤੌਰ ਤੇ ਜਾਂ ਪ੍ਰੋਪੈਲੈਂਟ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। 7th ਕੁਐਸਚਨ ਦਾ ਆਨਸਰ A ਪਾਰਟ ਦਾ, ਦੈਨ B ਪਾਰਟ ਦੇ ਵਿੱਚ ਨੇਮਡ ਰਿਐਕਸ਼ਨਸ ਪੁੱਛੀਆਂ ਗਈਆਂ। ਦੈਨ ਕੁਐਸਚਨ ਨੰਬਰ 8, ਇਹ ਵੀ ਕਾਫੀ ਇੰਪੋਰਟੈਂਟ ਸਵਾਲ ਹੈ ਬੇਟੇ, ਇਹਨੂੰ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰੋ। ਔਰ B ਪਾਰਟ ਦੇ ਵਿੱਚ ਬੇਟੇ ਆਪਣੇ ਕੋਲੇ ਕਨਵਰਸ਼ਨਸ ਹੈ, ਹਾਲਾਂਕਿ ਇਹਨਾਂ ਦੇ ਆਨਸਰਸ ਨਾਲ ਦੀ ਨਾਲ ਮੈਂ ਦੇ ਰਹੀ ਹਾਂ ਤੁਹਾਨੂੰ ਇੱਥੇ। ਫਾਈਨ, this is question number 8 A part, question number 8 B part, then it is question number 9। ਇਹਦੇ ਵਿੱਚ ਦੋ ਰੀਜ਼ਨਿੰਗ ਵਾਲੇ ਸਵਾਲ ਪੁੱਛੇ ਗਏ ਔਰ question 10 ਦੇ ਵਿੱਚ ਕੰਪਲੀਟ the reactions ਉਹ ਜਿਹੜੀਆਂ ਦਿੱਤੀਆਂ ਗਈਆਂ। ਸੋ 9th ਦੇ A ਪਾਰਟ ਦਾ ਆਨਸਰ ਕੁਝ ਇਸ ਤਰ੍ਹਾਂ ਹੈ ਔਰ B ਪਾਰਟ ਦਾ ਆਨਸਰ ਲਿਖਿਆ ਹੋਇਆ ਹੈ। ਦੈਨ question number 10 ਦੇ ਵਿੱਚ ਕੰਪਲੀਟ the reactions ਲਿਖੀਆਂ ਹੋਈਆਂ। question 11, ਇਹਦੇ ਵਿੱਚ ਬੇਟਾ ਬੋਇਲਿੰਗ ਪੁਆਇੰਟਸ ਦਾ ਆਰਡਰ ਪੁੱਛਿਆ ਗਿਆ ਹੈ ਔਰ ਕਨਵਰਸ਼ਨਸ ਜਿਹੜੀਆਂ B ਪਾਰਟ ਦੇ ਵਿੱਚ ਪੁੱਛੀਆਂ ਗਈਆਂ ਹੈ। ਸੋ ਆਪਣੇ ਕੋਲੇ ਬੋਇਲਿੰਗ ਪੁਆਇੰਟਸ ਦਾ ਇਹ ਵਾਲਾ ਆਨਸਰ ਆ ਜਾਏਗਾ ਐਂਡ ਜਦੋਂ ਆਪਾਂ ਕਨਵਰਸ਼ਨਸ ਕਰਨੀ ਹੈ ਤਾਂ ਪਹਿਲੀ ਕਨਵਰਸ਼ਨ ਔਰ ਬਾਕੀ ਦੀਆਂ ਕਨਵਰਸ਼ਨਸ। ਵਿਦ ਦਿਸ ਬੇਟਾ ਮੈਂ ਤੁਹਾਡੇ ਨਾਲ ਇੰਪੋਰਟੈਂਟ ਕੁਐਸਚਨਸ ਤਾਂ ਸ਼ੇਅਰ ਕਰ ਲਏ ਤੇ ਉਹਨਾਂ ਦੇ ਆਨਸਰਸ ਵੀ ਤੁਹਾਨੂੰ ਸਕਰੀਨ ਤੇ ਦੇਤੇ। ਜਿੱਥੇ ਤੁਹਾਡਾ ਕੁਐਸਚਨ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਆਉਂਦਾ ਉੱਥੇ ਪੌਜ਼ ਕਰਕੇ ਆਨਸਰ ਤਾਂ ਦੇਖ ਲਓ, ਬਟ ਬੇਟਾ ਇਹਨਾਂ ਕੁਐਸਚਨਸ ਦੀ ਆਪ ਲਿਖਣ ਦੀ ਪ੍ਰੈਕਟਿਸ ਜਿਹੜੀ ਹੈ ਉਹ ਬਹੁਤ ਹੀ ਇੰਪੋਰਟੈਂਟ ਪਾਰਟ ਸਮਝੋ ਇਸ ਚੀਜ਼ ਦਾ, ਇਸ ਐਕਸਰਸਾਈਜ਼ ਦਾ। ਤੇ ਜੇ ਤੁਸੀਂ ਇਹ ਸਾਰੇ ਸਵਾਲ ਕਰਦੇ ਹੋ ਬੇਟੇ ਤਾਂ ਹੋਪਫੁਲੀ ਤੁਹਾਡੇ 7 ਮਾਰਕਸ ਜਿਹੜੇ ਆ ਉਹ ਇਨਸ਼ੋਰ ਹੋ ਜਾਣਗੇ, ਕਿਉਂਕਿ ਕੋਈ ਪਾਰਟ ਇਹਨਾਂ ਚੋਂ 2 ਮਾਰਕਸ ਦਾ ਤੁਹਾਨੂੰ ਸੈਪਰੇਟਲੀ ਵੀ ਪੁੱਛਿਆ ਜਾ ਸਕਦਾ। ਸੋ PDF ਜਿਹੜੀ ਹੈ ਬੇਟਾ ਮੈਂ ਉਹਦੇ ਵਿੱਚ ਟੈਲੀਗ੍ਰਾਮ ਗਰੁੱਪ 'ਚ ਸ਼ੇਅਰ ਵੀ ਕਰੂੰਗੀ, ਬਟ ਜਿਹੜੇ ਕੁਐਸਚਨਸ ਇੱਥੇ ਹੈਂਡ ਰਿਟਨ ਹੈ ਨਾ ਜਿਹੜੇ ਆਨਸਰਸ ਉਹ ਤੁਸੀਂ ਬੇਟਾ ਵੀਡੀਓ ਤੋਂ ਹੀ ਲੈ ਸਕੋ। ਸੋ ਥੈਂਕਸ ਫॉर ਵਾਚਿੰਗ ਐਂਡ ਆਲ ਦੀ ਵੈਰੀ ਬੈਸਟ।